तो आपको जो बता रहे हैं वो है, मेरे को तो लगता है ये पैर ही पड़ गए होंगे चीफ सेक्रेटरी के, हमारी जान छोड़ो। हाँ जी, फिर वही बात आ गई जी, अंदर क्या हुआ है क्या नहीं हुआ, ये तो आपको वो बुला रहे हैं जो पब्लिक कंजम्पशन के लिए अच्छी लगती है, मगर बात था एक्साइज की लूट का रौला और 5600 करोड़ का घाटा जो खजाने को हुआ है उसकी बात तो नहीं ना करी। और अब अंदर माफी मंत्रियों ने उनसे मांगी या उन्होंने मंत्रियों से मांगी है तो भगवान जानता है जी, जहाँ आपको और मेरे को क्या पता। जिस तरह किया जा रहा ਸੀਗਾ ਜੀ, ਬਾਰ-ਬਾਰ ਵੀ ਕਿਹਾ ਗਿਆ ਕਿ ਅਸੀਂ ਨਹੀਂ ਜਾਵਾਂਗੇ, ਚੀਫ ਸੈਕਟਰੀ ਦੇ ਨਾਲ ਨਹੀਂ ਬੈਠਾਂਗੇ, ਇਹਦਾ ਮਤਲਬ ਕਿ ਸਰੈਂਡਰ ਕਰਤਾ ਮੰਤਰੀ ਜਿਹੜੇ ਤਿੰਨ ਮੰਤਰੀ ਸੀਗੇ ਉਹਨਾਂ ਨੂੰ। नहीं देखो, ਇਹਦੇ ਨਾਲ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਜਿਹੜਾ ਇਹ 5600 ਕਰੋੜ ਦੀ ਲੁੱਟ ਸੀ ਉਹਦੀ ਸਹਿਮਤੀ ਹੋ ਗਈ ਹੈ ਜੀ, ਕਿਥੇ ਨਾ ਕਿਥੇ ਹਿੱਸਾ ਪੱਤੀ ਦੀ ਜਿਹੜਾ ਹਿੱਸੇ ਦਾ ਰੌਲਾ ਸੀ ਉਹ ਫੈਸਲਾ ਹੋ ਗਿਆ, ਇਸ ਲਈ ਗੱਲ ਮੁੱਕ ਗਈ। ਖਜ਼ਾਨੇ ਨੂੰ ਭਾਵੇਂ ਚੂਨਾ ਲੱਗ ਗਿਆ, ਖਜ਼ਾਨੇ ਪੰਜਾਬ ਦਾ ਲੁੱਟਿਆ ਗਿਆ, ਖਜ਼ਾਨੇ ਨੂੰ ਨੁਕਸਾਨ ਪਹੁੰਚਿਆ, ਮਗਰ ਜੋ ਕਾਂਗਰਸ ਦੇ ਲੀਡਰ ਸਾਹਿਬਾਨ ਸਨ ਉਹਨਾਂ ਦਾ ਕਿਉਂਕਿ ਘਰ ਪੂਰਾ ਹੋ ਗਿਆ ਤੇ ਲੜਾਈ ਇਹਨਾਂ ਦੀ ਮੁੱਕ ਗਈ। ਚੀਫ ਸੈਕਟਰੀ ਸਾਹਿਬ ਨੇ ਉਸ ਦਿਨ ਵੀ ਜੋ ਖਬਰਾਂ ਲੱਗੀਆਂ ਸਨ ਉਹ ਇਹੀ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਨਜਾਇਜ਼ ਸ਼ਰਾਬ ਦੀ ਵਿਕਰੀ ਹੋ ਰਹੀ ਹੈ ਜਿਹਦੇ ਨਾਲ ਖਜ਼ਾਨੇ ਦਾ ਨੁਕਸਾਨ ਹੋ ਰਿਹਾ, ਉਹ ਮੁੱਦਾ ਤਾਂ ਐਜ਼ ਇਟ ਸਟੈਂਡ ਕਰਦਾ। ਬੀਜਾਂ ਦਾ ਵੀ ਜਿਹੜਾ ਕਿਸਾਨਾਂ ਦਾ ਕਿਉਂਕਿ ਕਾਫੀ ਅਹਿਮ ਮਸਲਾ ਵੀ ਸੀਗਾ, ਉਹ ਵੀ ਵਿੱਚ ਹੀ ਰੁਕ ਗਿਆ। ਨਹੀਂ, ਬੀਜਾਂ ਦਾ ਵਾਸਤੇ ਤੇ ਜਿਵੇਂ ਚੀਮਾ ਸਾਹਿਬ ਨੇ ਆਈ ਥਿੰਕ ਬੜੇ ਵਿਸਤਾਰ ਨਾਲ ਗੱਲ ਕਰਤੀ ਹੈ ਕਿ ਸਰਕਾਰ ਜਿਹੜੀ ਪੰਜਾਬ ਦੇ ਕਿਸਾਨਾਂ ਨਾਲ ਧੋਖਾਧੜੀ ਹੋ ਰਹੀ ਹੈ, ਪੰਜਾਬ ਦੇ ਕਿਸਾਨ ਦੇ ਨਾਲ ਜਿਸ ਤਰੀਕੇ ਦਾ ਫਰਾਡ ਹੋ ਰਿਹਾ, ਪੰਜਾਬ ਦੇ ਕਿਸਾਨਾਂ ਨੂੰ ਨਕਲੀ ਬੀ ਜਿਹੜਾ ਬੀ ਹੈ ਹੀ ਨਹੀਂ ਉਹ ਪਤਾ ਨਹੀਂ ਕੀ ਪੈਕ ਕਰਕੇ ਵੇਚਿਆ ਜਾ ਰਿਹਾ, ਜਿਹਦੇ ਨਾਲ ਪੰਜਾਬ ਦਾ ਕਿਸਾਨ ਹੋਰ ਫਾਈਨੈਂਸ਼ੀਅਲ ਸੰਕਟ 'ਚ ਤੇ ਹੋਰ ਖੁਦਕੁਸ਼ੀ ਦੇ ਰਾਹ 'ਚ ਉਹਨੂੰ ਤੋਰਨ ਦਾ ਕੰਮ ਸਰਕਾਰ ਦੇ ਮੰਤਰੀ ਤੇ ਉਹਨਾਂ ਦੇ ਚੇਤੇ ਕਰ ਰਹੇ ਆ। ਉਸ ਗੱਲ ਦਾ ਪਰਚਾ ਅਸੀਂ ਨਹੀਂ ਕਰਾਇਆ, ਇੱਕ ਕਿਸਾਨ ਦੀ ਸ਼ਿਕਾਇਤ ਤੇ ਐਗਰੀਕਲਚਰ ਮਹਿਕਮੇ ਨੇ ਕਰਾਇਆ ਔਰ ਉਸ ਮਹਿਕਮੇ ਦੀ ਸ਼ਿਕਾਇਤ ਤੇ 11/5 ਨੂੰ ਜਿਹੜਾ ਪਰਚਾ ਹੋਇਆ ਹੋਵੇ 15-20 ਦਿਨ ਨਿਕਲ ਗਏ ਆ, ਕੋਈ ਕਾਰਵਾਈ ਨਹੀਂ, ਕੋਈ ਅਰੈਸਟ ਨਹੀਂ। ਅੱਜ ਵੀ ਚਾਹੇ ਉਹ ਬਰਾੜ ਸੀਡਸ ਹੈ ਜਿਹਦਾ FIR 'ਚ ਜ਼ਿਕਰ ਹੈ ਤੇ ਚਾਹੇ ਉਹ ਜਿਹੜਾ ਪ੍ਰੋਡਿਊਸਰ ਹੈ ਕਰਨਾਲ ਸੀਡਸ ਲੱਕੀ ਢਿੱਲੋਂ, ਉਹ ਅੱਜ ਵੀ ਖੁੱਲ੍ਹੇਆਮ ਫਿਰ ਰਹੇ ਆ ਤੇ ਇਹ ਤੋਂ ਹੀ ਸਪਸ਼ਟ ਹੋ ਜਾਂਦਾ ਹੈ। ਨਹੀਂ ਤਾਂ ਜਿਵੇਂ ਚੀਮਾ ਸਾਹਿਬ ਨੇ ਗੱਲ ਕੀਤੀ ਹੈ ਕਿਸੇ ਤੇ ਸਧਾਰਨ 751 ਦਾ ਪਰਚਾ ਹੋ ਜਾਓ ਵੀ ਘਰ ਛੱਡ ਕੇ ਭੱਜ ਜਾਂਦਾ, ਮਗਰ ਜਿਹ ਤੇ 420 ਲੱਗੀ ਹੋਵੇ, ਐਸੈਂਸ਼ੀਅਲ ਕਮੋਡਿਟੀਜ਼ ਐਕਟ ਲੱਗੇ ਹੋਣ, ਨਾਨ ਅਵੇਲੇਬਲ ਵਾਰੰਟ ਇਸ਼ੂ, ਨਾਨ ਅਵੇਲੇਬਲ ਧਾਰਾਵਾਂ ਲੱਗੀਆਂ ਹੋਣ, ਉਹ ਅੱਜ ਵੀ ਬੜੇ ਮੌਜ ਨਾਲ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਤੇ ਉਸ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਉਹਦੀ ਸਰਕਾਰੇ ਦਰਬਾਰੇ ਦਬਦਬਾ ਕਿੰਨਾ। ਔਰ ਤੁਸੀਂ ਟਾਈਮਿੰਗ ਵੇਖੋ ਕਿੱਡੀ ਵਧੀਆ, 12:30 ਵਜੇ ਉਹ ਲੱਕੀ ਕਬੂਤਰ ਲਾਈਵ ਹੋ ਰਿਹਾ ਤੇ ਇੱਥੋਂ ਹੀ 12:30 ਵਜੇ ਮੰਤਰੀ ਸਾਹਿਬ ਲਾਈਵ ਹੋ ਰਹੇ ਤੇ ਮੈਨੂੰ ਨਹੀਂ ਸਮਝ ਆਈ ਕਿ ਮੰਤਰੀ ਸਾਹਿਬ ਕਿਤੇ ਮੁਨੀਮ ਲੱਗੇ ਉਹਦੀ ਦੁਕਾਨ ਤੇ ਕਿ ਕੀ ਚੱਕਰ ਹੈ, ਉਹਦੇ ਬਿੱਲ ਵਿਖਾਈ ਜਾਂਦੇ ਸੀ। ਮੈਂ ਤਾਂ ਪਹਿਲੀ ਵਾਰੀ ਵੇਖਿਆ ਚੀਮਾ ਸਾਹਿਬ ਨੇ, ਜੇ ਪਹਿਲਾਂ ਕਦੇ ਇਹ ਜੀ ਕੰਮ ਵੇਖਿਆ ਹੋਵੇ, ਉਹਦੀ ਬਿੱਲ ਬੁੱਕ ਚੁੱਕੀ ਫਿਰਦੇ ਆ ਪਰ ਉੱਥੇ ਆਪਣਾ ਅੰਦਰ ਸੈਕਟਰੀਏਟ 'ਚ। ਤੇ ਉਹਨੂੰ ਕੀ ਚਾਹੀਦਾ, ਜਦ ਮੰਤਰੀ ਉਹਦਾ ਸਪੋਕਸਪਰਸਨ ਬਣ ਜੇ ਤੇ ਫਿਰ ਤਾਂ ਕੰਮ ਸਪਸ਼ਟ ਹੀ ਹੋ ਗਿਆ। ਜਿਹੜੀ ਗੱਲ ਅਸੀਂ ਦੱਸਣਾ ਚਾਹੁੰਦੇ ਸੀ ਉਹਨਾਂ ਨੇ ਆਪ ਹੀ ਦੱਸਤੀ, ਸਾਡੀ ਡੇਟ ਤਾਂ ਕਿੰਨੀ। ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ। ਪਹਿਲੀ ਗੱਲ ਕਾਰਵਾਈ ਹੋਵੇ, ਜਿਨ੍ਹਾਂ ਨੇ ਦੇਖੋ ਅੱਜ ਕਸਟੋਡੀਅਲ ਇੰਟਰੋਗੇਸ਼ਨ ਦੀ ਲੋੜ ਹੈ, ਤੁਸੀਂ ਬੀ ਵੇਚਿਆ ਕਿੰਨਾ। ਔਰ ਆਪਾਂ ਇੱਕ ਦੁਕਾਨ ਦੀ ਗੱਲ ਕਰੀ ਜਾ ਰਹੇ, ਇਹ ਬੀਜ ਦੇ ਸਟੋਰ ਤਾਂ ਹਰ ਜ਼ਿਲ੍ਹੇ 'ਚ ਕਿੰਨੇ ਕਿੰਨੇ ਨੇ ਔਰ ਇਹਨੇ ਇੱਕ ਜਗ੍ਹਾ ਨਹੀਂ ਸਪਲਾਈ ਕੀਤੀ, ਇਹਨੇ ਅਨੇਕਾਂ ਜਗ੍ਹਾ ਸਪਲਾਈ ਕੀਤੀ ਆ। ਔਰ ਜੇ ਸਰਕਾਰ ਉਸ ਗੱਲ ਨੂੰ ਲੁਕਾਊਗੀ ਫਿਰ ਤੁਹਾਡੇ ਕੋਲ ਉਹ ਪ੍ਰੂਫ ਵੀ ਰੱਖਾਂਗੇ ਸਾਰੇ ਲਿਆ ਕੇ। ਔਰ ਉਹ ਉਸੇ ਲਈ ਮੈਂ ਗੱਲ ਕਹਿ ਰਿਹਾ ਕਿ ਬੀਜ ਸਪਲਾਈ ਹੋਇਆ ਕਿੰਨਿਆਂ ਨੂੰ, ਕਿਹੜੇ ਕਿਹੜੇ ਫਾਰਮਰ ਕੋਲ ਗਿਆ, ਉਸ ਫਾਰਮਰ ਤੱਕ ਪਹੁੰਚ ਕਰਕੇ ਉਸ ਫਾਰਮਰ ਨੂੰ ਭਰਪਾਈ ਕਰਨੀ ਸਰਕਾਰ ਦੀ ਵੱਡੀ ਜ਼ਿੰਮੇਵਾਰੀ। ਕੱਲ ਪਰ ਫਾਰਮਰ ਨੂੰ ਫਾਈਨੈਂਸ਼ੀਅਲ ਲਾਸ ਹੋ ਗਿਆ, ਤੁਸੀਂ ਤਾਂ ਆਪ ਉਹਨੂੰ ਖੁਦਕੁਸ਼ੀ ਵੱਲ ਤੋਰ ਰਹੀ ਹੈ ਸਰਕਾਰ, ਉਹਦੇ ਤੇ ਕੋਈ ਕਾਰਵਾਈ ਨਹੀਂ। ਔਰ ਦੁੱਖ ਹੈ ਇਸ ਗੱਲ ਦਾ। ਜਿਸ ਤਰ੍ਹਾਂ ਹੁਣ ਸਿੱਧੀ ਬਿਜਾਈ ਪੰਜਾਬ ਦੇ ਵਿੱਚ 80 ਤੋਂ 90% ਕਿਸਾਨ ਸਿੱਧੀ ਬਿਜਾਈ ਕਰ ਰਹੇ ਨੇ, ਉਹ ਸਿੱਧਾ ਬੀਜ ਜਿਹੜਾ ਖੇਤਾਂ ਦੇ ਵਿੱਚ ਪੈ ਰਿਹਾ
ਨਾ ਕਿ ਬਹੁਤ ਪੈ ਰਹੀ ਹੈ, ਉਹਦੇ ਨਾਲ ਕਾਫੀ ਵੱਡਾ ਨੁਕਸਾਨ ਨਹੀਂ ਹੋਊਗਾ ਕਿਸਾਨ ਨੂੰ? ਦੇਖੋ ਬਾਰ-ਬਾਰ ਇਹ ਗੱਲ ਚੱਲੀ ਹੈ ਜੀ, ਕਿਸਾਨ ਨੂੰ ਪਹਿਲਾਂ ਤਾਂ ਨਕਲੀ ਬੀਜ ਵੇਚ ਕੇ ਲੁੱਟਿਆ ਜਾ ਰਿਹਾ, ਔਰ ਫਿਰ ਕਿਸਾਨ ਨੂੰ ਜੋ ਖਰਚੇ ਪੈ ਰਹੇ ਆ, ਚਾਹੇ ਉਹ ਡਾਇਰੈਕਟ ਸੀਡਿੰਗ ਮਸ਼ੀਨ ਹੈ, ਉਹ ਕੋਈ ਸਸਤੀ ਤਾਂ ਹੈ ਨਹੀਂ, ਉਸ ਤੇ ਵੀ ਖਰਚਾ, ਉਹਦੇ ਤੇ ਕੋਈ ਸਬਸਿਡੀ ਨਹੀਂ। ਔਰ ਜੇ ਕੋਈ ਲੇਬਰ ਵੀ ਉਹਨੂੰ ਅੱਜ ਦੁੱਗਣੇ ਰੇਟਾਂ ਤੇ ਮਿਲ ਰਹੀ ਹੈ, ਜੇ ਮਿਲ ਰਹੀ ਹੈ 6-6 ਹਜ਼ਾਰ 7-7 ਹਜ਼ਾਰ ਤੇ ਲੇਬਰ ਪਹੁੰਚ ਗਈ। ਕਿਸਾਨ ਨੂੰ ਫਾਈਨੈਂਸ਼ੀਅਲ ਜਿਹੜੀ ਡਿਫਿਕਲਟੀਜ਼ ਆ ਰਹੀਆਂ ਨੇ, ਉਹਦਾ ਕੰਮ ਹੌਲਾ ਕਰਨ ਵਾਸਤੇ, ਉਹਨੂੰ ਫਾਈਨੈਂਸ਼ੀਅਲ ਸਬਸਿਡੀ ਦੇਣ ਵਾਸਤੇ, ਚਾਹੇ ਮਸ਼ੀਨ ਤੇ, ਚਾਹੇ ਉਹਦਾ ਜਿਹੜਾ ਵੱਧ ਲੇਬਰ ਦਾ ਵਾਧੂ ਖਰਚ ਪੈ ਰਿਹਾ, ਉਹਦੇ ਵਾਸਤੇ ਤਾਂ ਸਰਕਾਰ ਚਿੰਤਿਤ ਹੀ ਨਹੀਂ। ਸਰਕਾਰ ਦੇ ਆਲਾ ਵਜ਼ੀਰ, ਪਹਿਲੀ ਗੱਲ ਤਾਂ ਇਸ ਗੱਲ ਦੀ ਵਧਾਈ ਹੈ ਕਿ ਜਿਵੇਂ ਚੀਮਾ ਸਾਹਿਬ ਨੇ ਵੀ ਕਿਹਾ ਕਿ ਜਿਹੜਾ ਮੰਤਰੀ ਸੈਟਰਡੇ ਨੂੰ ਸਾਡੀ ਪ੍ਰੈਸ ਕਾਨਫਰੰਸ ਹੋਈ ਸੀ, ਨਾ ਸੰਡੇ ਲੱਭਿਆ, ਨਾ ਮੰਡੇ ਲੱਭਿਆ, ਨਾ ਟਿਊਜ਼ਡੇ ਲੱਭਿਆ, ਅੱਜ ਔਖੇ ਸੌਖੇ ਉਹਦੇ ਦਰਸ਼ਨ ਤਾਂ ਹੋਏ। ਔਰ ਦਰਸ਼ਨ ਸਿਰਫ ਇਸ ਲਈ ਹੋਏ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਜਦੋਂ ਉਹਨੂੰ ਕਿਹਾ ਕਿ ਤੈਨੂੰ ਜਵਾਬ ਦੇਣਾ ਪੈਣਾ, ਨਹੀਂ ਤਾਂ ਉਹ ਤਾਂ ਭੱਜਦਾ ਫਿਰਦਾ ਸੀ। 4 ਦਿਨ ਦਾ ਕਵਰ ਅਪ ਆਪਰੇਸ਼ਨ ਉਹ ਚਲਾ ਰਿਹਾ, ਲੋੜ ਪਈ ਉਹ ਵੀ ਮੈਂ ਜਨਤਕ ਕਰੂੰਗਾ ਕਵਰ ਆਪਰੇਸ਼ਨ ਕਿਹੜਾ ਚਲਾਇਆ। ਇਹ ਨਾ ਸਮਝਣ ਕਿ ਕਿਤੇ ਧਾਰੋਵਾਲੀ ਤੇ ਬੈਠ ਕੇ ਕਵਰ ਅਪ ਆਪਰੇਸ਼ਨ ਚੱਲਦਾ ਸੀ ਤੇ ਮਜੀਠੀਏ ਨੂੰ ਨਹੀਂ ਪਤਾ ਲੱਗਿਆ। ਮਜੀਠੀਏ ਦਾ ਬੰਦਾ ਉਹਦੇ ਨਾਲ ਬੈਠਿਆ, ਔਰ ਮੇਰਾ ਮਸਲਾ ਉਹਦੇ ਨਾਲ ਕੋਈ ਨਹੀਂ ਭਰਾ, ਮੇਰੇ ਤਾਂ ਕਿਸਾਨ ਦੇ ਨਾਲ ਧੋਖਾਧੜੀ, ਕਿਸਾਨ ਬਚ ਜੇ, ਮੇਰਾ ਮਸਲਾ ਉੱਥੇ ਤੱਕ ਹੈ। ਔਰ ਜਿਹੜੇ ਲੋਕ ਕਿਸਾਨ ਦੀ ਲੁੱਟ ਜਿਹੜੇ ਵਪਾਰੀ ਕਰ ਰਹੇ ਆ, ਉਹਨਾਂ ਨਾਲ ਜੇ ਖਲੋਵੇ ਤੇ ਸੁਭਾਵਿਕ ਹੈ ਫਿਰ ਕੋਈ ਹੋਵੇ ਜਿੱਡਾ ਮਰਜ਼ੀ ਤਾਕਤਵਰ ਹੋਵੇ, ਮੈਨੂੰ ਕੀ ਹੈ ਜੀ। ਸਰਕਾਰ ਇਨਕੁਆਇਰੀ, ਮੇਰਾ ਵੀ ਪਰਚਾ ਦਰਜ ਕਰਕੇ, ਨੌਨ ਅਵੇਲੇਬਲ ਪਰਚਾ ਦਰਜ ਕਰਕੇ ਜਦ ਕਾਰਵਾਈ ਨਹੀਂ ਹੋ ਰਹੀ, ਲੋਕੀ ਪ੍ਰੈਸ ਕਾਨਫਰੰਸਾਂ ਕਰ ਰਹੇ ਆ, ਉਹਦੀ ਦੁਕਾਨ ਵੀ ਖੁੱਲੀ ਆ ਜਿੱਤੇ ਪਰਚਾ ਦਰਜ ਆ। ਇਹ ਤੋਂ ਹੀ ਸਪਸ਼ਟ ਆ ਕਿ ਕੀ ਸਰਕਾਰ ਨੇ ਕਰਨਾ। ਕੋਈ ਦੇਖੋ, ਗੁੱਸਾ ਨਾ ਕਰਿਓ, ਕਿਸੇ ਤੇ 751 ਲੱਗ ਜੇ, 323 ਲੱਗ ਜੇ, 25-26 ਲੱਗ ਜੇ, ਉਹ ਲੱਭਦਾ ਨਹੀਂ। ਤੇ ਦਿਨਾਂ ਤੇ 420 ਦਰਜ ਹੋਵੇ, ਹਲੇ ਕਈ ਧਾਰਾਵਾਂ ਉੱਤੇ ਲਾਈਆਂ ਹੀ ਨਹੀਂ, ਉਹਦੀ ਮਦਦ ਪਹਿਲਾਂ ਹੀ ਕਰਤੀ ਹੈ। ਫੌਜਰੀ ਦੀ ਕਈ ਧਾਰਾਵਾਂ ਬਣਦੀਆਂ ਜਿਹੜੀਆਂ ਨਹੀਂ ਲਾਈਆਂ, ਉਹ ਤਾਂ ਵੀ ਉੱਥੇ ਮੌਜ ਨਾਲ ਬੈਠਿਆ ਪ੍ਰੈਸ ਕਾਨਫਰੰਸਾਂ ਕਰ ਰਿਹਾ। ਆਫਟਰ ਆਲ ਸਰਕਾਰ ਦੀ ਸ਼ਹਿਦ ਹੀ ਕਰ ਰਿਹਾ ਨਾ, ਵਜ਼ੀਰ ਸਾਹਿਬ ਦੀ ਸ਼ਹਿਦ ਤੇ ਕਰ ਰਿਹਾ, ਨਹੀਂ ਤਾਂ ਕਰ ਹੀ ਨਹੀਂ ਸਕਦਾ ਸੀ। ਦੇਖੋ, ਮੈਂ ਬਾਰ-ਬਾਰ ਗੱਲ ਕਹਿ ਰਿਹਾ ਜੀ, ਕਸਟੋਡੀਅਲ ਇੰਟਰੋਗੇਸ਼ਨ। ਉਹ ਕਿਉਂ ਕਹਿ ਰਿਹਾ? ਤੁਹਾਡੇ ਕੋਲ ਕਿਸੇ ਚੀਜ਼ ਦੀ ਰਿਕਵਰੀ ਹੋਈ, ਇੱਕ ਬੀ ਦੀ, ਜਿਹੜਾ ਬੀ ਬਾਹਰ ਨਹੀਂ ਵਿਕ ਸਕਦਾ ਸੀ, ਹੁਣ ਉਹਦੇ ਕੋਲ ਆਇਆ ਕਿੱਥੋਂ, ਉਹ ਦੱਸ ਸਕਦਾ। ਉਹ ਜਦ ਅਗਲੇ ਬੰਦੇ ਦਾ ਨਾਂ ਦੱਸੂਗਾ ਫਿਰ ਤੁਸੀਂ ਲੱਖੀ ਤੱਕ ਪਹੁੰਚੋਗੇ। ਜਦ ਲੱਖੀ ਨੂੰ ਪੁੱਛੋਗੇ ਉਹਦੇ ਕੋਲ ਕਿਹੜੇ-ਕਿਹੜੇ ਅਫਸਰਾਂ ਨਾਲ ਮਿਲੀ ਭੁਗਤ ਹੋਈ, ਜੇ ਕਿਸੇ ਨੂੰ ਫੜੋਗੇ ਪੁੱਛੋਗੇ ਫੇਰ ਹੀ ਉਹਦਾ ਚੇਨ ਬਣਾਓਗੇ ਨਾ ਜੀ। ਇੱਥੇ ਤਾਂ ਫੜਦੀ ਕਿਸੇ ਨੂੰ ਨਹੀਂ, ਉਹ ਤਾਂ ਮੌਜ ਨਾਲ ਪ੍ਰੈਸ ਕਾਨਫਰੰਸਾਂ ਕਰ ਰਹੇ ਅੱਗੇ। ਇਹ ਨਹੀਂ, ਮੈਂ ਤਾਂ ਬੇਨਤੀ ਕਰ ਰਿਹਾ ਜੀ ਕੋਈ ਹੋਵੇ, ਔਰ ਇਹਦੇ 'ਚ ਜਿਹੜੀ ਤਦੇ ਇੰਡੀਪੈਂਡੈਂਟ ਇਨਕੁਆਇਰੀ ਦੀ ਮੰਗ ਕਰ ਰਹੇ ਆ, ਔਰ ਲਾਪਰਵਾਹੀ ਤਾਂ ਵੇਖਣ ਨਹੀਂ ਵਿਖ ਰਹੀ ਹੈ ਜੀ, ਸਾਹਮਣੇ ਆ। ਔਰ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਸਰਕਾਰ ਦੀ ਸ਼ੈ ਹੈ, ਉਹ ਉਹਨਾਂ ਦੀ ਪ੍ਰੈਸ ਕਾਨਫਰੰਸ ਕਰਨ ਦੇ ਤਰੀਕੇ ਨਾਲ ਹੀ ਪਤਾ ਲੱਗ ਰਿਹਾ। ਇਹ ਪ੍ਰੈਸ ਕਾਨਫਰੰਸ ਦੇ ਸੁਨੇਹੇ ਵੀ ਕਿਸੇ ਹੋਰ ਨੇ ਨਹੀਂ ਲਾਏ, ਇਹਨਾਂ ਨੇ ਲਵਾਏ। ਉਹਨੂੰ ਵਿਚਾਰੇ ਨੂੰ ਕੌਣ ਜਾਣਦਾ ਪ੍ਰੈਸ ਵਾਲੇ ਨੂੰ? ਉਹ ਤਾਂ ਸਾਰਾ ਕੁਝ ਕਰਾਇਆ, ਔਰ ਉਹੀ ਗੱਲਾਂ ਉਹਨੇ ਉੱਥੇ ਕੀਤੀਆਂ, ਉਹ ਗੱਲਾਂ ਵਜ਼ੀਰ ਨੇ ਇੱਥੇ ਕਰਤੀਆਂ। ਮਤਲਬ ਜੇ ਤੁਸੀਂ ਫੋਟੋ ਨਾ ਵੇਖੋ ਤੇ ਕਹੋਗੇ ਕਿ ਸ਼ਾਇਦ ਉਹੀ ਬੰਦਾ ਕਰੀ ਜਾਂਦਾ ਉਧਰ ਵੀ। ਗੱਲ ਤਾਂ ਕੋਈ ਵੱਖਰੀ ਕੀਤੀ ਨਹੀਂ, ਦੋਵਾਂ ਨੇ ਸਲਾਹ ਨਾਲ ਹੀ ਗੱਲ ਕੀਤੀ ਆ। 4 ਦਿਨ ਲੱਗ ਗਏ ਸਲਾਹ ਕਰਦੇ ਨੂੰ, ਹੁਣ ਬੋਲ ਪਏ। ਚਲੋ ਬੋਲ ਪਏ, ਇਸ ਗੱਲ ਦਾ ਸ਼ੁਕਰ। ਕੋਈ ਨਾ ਬੀਬੀ ਜੀ, ਬਾਲਾ ਫਿਕਰ ਨਾ ਕਰੋ,
ਦਰਸ਼ਨ ਲਾਲ ਦੀ ਹਰਕਤਾਂ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ, ਸਾਰੀਆਂ ਦੱਸਾਂਗੇ, ਕੀਤਾ ਪਰਚੇ ਤੇ ਜਾ ਕੇ ਦੱਸਾਂਗੇ ਉੱਥੇ ਕੋਰਟ 'ਚ। ਸਾਨੂੰ ਨਾ ਇਹ ਦਰਸ਼ਨ ਕੇ ਹੋਰ ਨੂੰ ਕਰੇ, ਜਦੋਂ ਸਾਡਸੀ ਕਾਗਜ਼ਾਂ 'ਚ ਦਰਸ਼ਨ ਕਰਾਏ ਤਾਂ ਫਿਰ ਭੱਜਿਆ ਫਿਰੂਗਾ। ਹੈਂ ਲੱਖੀ ਕਬੂਤਰ ਪਿੱਛੇ ਹੋਰ ਕਿਹੜਾ ਲੱਗਦਾ ਤੁਹਾਨੂੰ? 4 ਦਿਨ ਧਾਰ ਵਾਲੀ ਬਹਿ ਕੇ ਉਹਦੇ ਨਾਲ ਸਲਾਹ ਕੀਤੀ ਆ, ਔਰ ਤੁਸੀਂ ਦੋਵਾਂ ਦੀ ਪ੍ਰੈਸ ਕਾਨਫਰੰਸ ਵੇਖ ਲਓ, ਜੇ ਅੱਖਰ ਦਾ ਵੀ ਫਰਕ ਹੋਵੇ, ਉਹੀ ਚੀਜ਼ਾਂ ਉਹ ਵਿਖਾਉਣ ਡਿਆ, ਉਹ ਚੀਜ਼ਾਂ ਇਹ ਵਿਖਾਉਣ ਡਿਆ। ਹਾਂਜੀ ਫੜ ਕੇ ਕੋਈ ਪੁੱਛੂ ਪਾਛੂਗਾ ਫੇਰ ਹੀ ਗੱਲ ਨਿਕਲੂ ਅੱਗੇ। ਹਾਲੇ ਤੱਕ ਤਾਂ ਇਹਨਾਂ ਦੋਵਾਂ ਦੀ ਤਾਂ ਪੱਕੀ ਆਪਸ 'ਚ ਮਿਲੀ ਭੁਗਤ। ਮੈਨੂੰ ਤਾਂ ਐਂ ਲੱਗਦਾ ਜਿਵੇਂ ਰੰਧਾਵਾ ਜੀ ਨੂੰ ਉਹਦਾ ਸੇਲਸਮੈਨ ਰੱਖਿਆ ਹੋਇਆ ਉਹਨੇ ਆਪ ਦਾ। ਦੇਖੋ ਮੈਨੂੰ ਤਾਂ ਇੱਥੋਂ ਤੱਕ ਪਤਾ ਲੱਗਿਆ ਜੀ, ਇਹ ਬੇਨਾਮੀ ਸੀਡ ਪ੍ਰੋਡਿਊਸਿੰਗ ਕੰਪਨੀ ਹੈ ਹੀ ਸੁੱਖੀ ਰੰਧਾਵੇ ਦੀ। ਤਦੇ ਇਹਨਾਂ ਦੀ ਬੋਲੀ, ਲਾਇਸੈਂਸ ਵੇਖੋ, ਕਿਸੇ ਨੂੰ ਲਾਇਸੈਂਸ ਕਦੋਂ ਇਸ਼ੂ ਹੋਇਆ, ਕਿਵੇਂ ਹੋਇਆ, ਤੁਹਾਨੂੰ ਮੈਨੂੰ ਕਿੱਥੋਂ ਪਤਾ ਲੱਗ ਸਕਦਾ ਜੀ? ਜੇ ਤੁਹਾਡਾ ਕੰਮ ਹੀ ਨਹੀਂ ਤੇ ਤੁਹਾਨੂੰ ਕਿੱਥੋਂ ਪਤਾ ਲੱਗਣਾ? ਔਰ ਐਡੀ ਮਿਸਲੀਡਿੰਗ ਗੱਲਾਂ ਕਰਨੀਆਂ ਫੈਕਟਸ ਦੀਆਂ। ਲਾਇਸੈਂਸ, ਜਿਵੇਂ ਆ ਚੀਮਾ ਸਾਹਿਬ ਨੇ ਕਿਹਾ, ਲਾਇਸੈਂਸ ਦੇ ਉੱਤੇ ਤਾਂ ਪ੍ਰੋਬਲਮ ਹੀ ਕੋਈ ਨਹੀਂ ਜੀ। ਲਾਇਸੈਂਸ ਤਾਂ ਕੋਈ ਵੀ ਜਾ ਕੇ ਲੈ ਲਵੇ, ਔਰ ਕੋਈ ਸਰਕਾਰ ਨਹੀਂ ਦਿੰਦੀ। ਇਹ ਕੋਈ ਵੱਡੀ ਫੈਕਟਰੀ ਦਾ ਲਾਇਸੈਂਸ ਨਹੀਂ, ਇਹ ਤਾਂ ਜਿਹੜਾ ਡਿਪਟੀ ਡਾਇਰੈਕਟਰ ਐਗਰੀਕਲਚਰ ਹੈ ਉਸ ਦੇ ਲੈਵਲ ਤੇ ਹੀ ਦਿੱਤਾ ਜਾਂਦਾ। ਸਰਕਾਰਾਂ ਦਾ ਇਹਦੇ ਨਾਲ ਕੋਈ ਕੰਮ ਨਹੀਂ। ਮਗਰ ਉਸ ਗੱਲ ਨੂੰ ਵੀ, ਕਹਾਣੀ ਨੂੰ ਪੇਸ਼ ਕਰਨਾ ਬੜੇ ਤਰੀਕੇ ਨਾਲ। ਗੱਲ ਲਾਇਸੈਂਸ ਦੀ ਨਹੀਂ, ਗੱਲ ਹੈ ਕਿ ਜਿਹੜਾ ਬੀ ਹੈ ਹੀ ਨਹੀਂ, ਉਹ ਬੀ ਤੁਸੀਂ ਵੇਚੀ ਕਿੱਥੋਂ ਜਾਂਦੇ? ਜਿਹੜਾ ਕਿਸਾਨੀ ਨਾਲ ਫਰਾਡ ਹੈ ਉਹਦੀ ਤਾਂ ਗੱਲ ਕੀਤੀ ਕੋਈ ਨਹੀਂ। ਔਰ ਮੈਂ ਇੱਕ ਤੁਹਾਨੂੰ ਹੋਰ ਫੋਟੋ ਵਿਖਾ ਦਿਆਂ, ਆ ਮੈਂ ਲਈ ਫਿਰਦਾ, ਤੁਸੀਂ ਵੇਖੋ ਇਹ ਸਿਸਟਮ ਚੱਲਿਆ ਕਿਵੇਂ ਹੈ ਸਾਰਾ। 2-3 ਅਖਬਾਰਾਂ 'ਚ ਇਹਦੀ ਖਬਰ ਲੱਗੀ ਆ ਜੀ। ਆ ਸੱਚ ਆ ਰਹੇ ਜੀ, ਆ ਇੱਕ ਇਹਨਾਂ ਦਾ ਵੱਡਾ ਜਿਹੜਾ ਚੇਅਰਮੈਨ ਕਹਿੰਦੇ ਲਾਉਣਾ ਕੀ ਲਾਤਾ, ਝੋਨੇ ਦੀ ਨਵੀਂ ਕਿਸਮ PR 129 ਤਾਂ PAU ਵੱਲੋਂ ਸੋਧ ਕਰਕੇ ਉਹਨੂੰ ਲਾਇਆ ਕਰੋ 27 ਅਪ੍ਰੈਲ ਨੂੰ। ਜਿਹੜੀ 128-129 ਵੈਰਾਈਟੀ ਲਾਈ ਜਾਵੇ, PAU ਨੇ ਦੱਸੇ, ਕਿਉਂਕਿ PAU ਕੱਲੀ ਦੇ ਰਹੀ ਹੈ, ਔਰ ਤਾਂ ਕੋਈ ਦੇ ਨਹੀਂ ਰਹੀ, ਬੜੇ ਛੋਟੇ ਮਾਤਰਾ 'ਚ ਕ੍ਰਿਸ਼ੀ ਵਿਗਿਆਨ ਕੇਂਦਰਾਂ 'ਚੋਂ। ਉਹ ਦੱਸਣ ਤੇ ਠੀਕ ਹੈ, ਮਗਰ ਉਹਨਾਂ ਦੀ ਜਿਹੜੀ ਕਿਉਂਕਿ ਬਕਾਉਣੀ ਸੀ ਲੱਖੀ ਦੀ, ਔਰ ਲੱਖੀ ਦੀ ਤਾਂ ਤਦੇ ਵਿਕ ਸਕਦੀ ਸੀ ਜੇ ਕੋਈ ਪ੍ਰਚਾਰ ਚੱਲੇ ਉਹਦਾ, ਵਰਡ ਆਫ ਮਾਊਥ ਨਾਲ, ਕੋਈ ਮੂੰਹ ਨਾਲ ਪ੍ਰਚਾਰ ਕਰੇ। ਤੇ ਪ੍ਰਚਾਰਕ ਕਿਹੜੇ ਬਣੇ ਆ? ਤਗੜੇ ਤਗੜੇ ਕਾਂਗਰਸੀ ਜਿਹੜੇ ਇਹਨਾਂ ਦੇ ਨਾਲ ਗੱਡੀ 'ਚ ਪੱਕੇ ਰਹਿੰਦੇ ਆ। ਮੈਂ ਤੁਹਾਨੂੰ ਅਖਬਾਰਾਂ ਦੀ ਕਟਿੰਗ ਵਿਖਾ ਰਿਹਾ, ਕਿਸੇ ਹੋਰ ਨੇ ਪ੍ਰਚਾਰ ਨਹੀਂ ਕੀਤਾ। ਇੱਥੇ ਇੱਕ ਹੋਰ ਹੈ ਜਿਹੜਾ ਬੰਦਾ ਆ ਬੈਠਿਆ ਨਾਲ ਇਹਨਾਂ ਦੇ, ਆ ਇਸ ਫੋਟੋ 'ਚ ਜਿੱਥੇ ਉਹ ਕਹਿ ਰਿਹਾ ਨਾ, ਮੇਰੇ ਮਾਏ ਹੋਮ ਕੈਬਨਿਟ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਐਂਡ ਵਿਜੇਂਦਰ ਸਿੰਗਲਾ ਜੀ, ਆ ਬੰਦਾ ਵਿਚਕਾਰ ਬੈਠਿਆ, ਠੀਕ ਹੈ ਜੀ, ਉਹ ਪ੍ਰਚਾਰ ਕਰ ਰਿਹਾ। ਇੱਥੇ ਮੈਂ ਤੁਹਾਨੂੰ ਅਖਬਾਰ ਦਾ ਕਟਿੰਗ ਵਿਖਾਉਣਾ, ਆ ਇਹਦੇ 'ਚ ਆ ਲਓ, ਆ 30 ਅਪ੍ਰੈਲ ਨੂੰ ਉਹ ਕਰੀ ਜਾ ਰਿਹਾ। ਜਾਂ ਤਾਂ ਇਹ ਬੰਦੇ ਇਹ ਵੀ ਦੱਸਦੇ ਕਿ ਇਹ ਬੀ ਮਿਲ ਹੀ ਨਹੀਂ ਸਕਦਾ, ਇਹ ਬੀ ਤਾਂ ਕੱਲਾ ਪ੍ਰੋਡਿਊਸਰ ਉਸ ਏਰੀਏ 'ਚ ਲੱਖੀ ਕਬੂਤਰ ਹੀ ਸੀ, ਹੋਰ ਤਾਂ ਕੋਈ ਸੀ ਨਹੀਂ। ਹੁਣ ਉਹਦਾ ਮਾਲ ਵੇਚਣਾ ਸੀ, ਉਹਦਾ ਮਤਲਬ ਸੇਲਸਮੈਨ ਦਾ ਵੀ ਕੰਮ ਕਾਂਗਰਸੀਆਂ ਨੇ ਕੀਤਾ। ਜਦੋਂ ਯੂਨੀਵਰਸਿਟੀ ਦੀ ਬਾਰ-ਬਾਰ ਇਹ ਗੱਲ ਆਈ ਕਿ ਸਾਡੇ ਕੋਲ ਕਿਲੋ 2-2 ਕਿਲੋ ਦੇਣੇ ਸੀ, ਉਹ ਵੀ ਤਾਂ ਲੈ ਗਏ ਕਿਸਾਨ। ਹੁਣ ਦੂਜਾ ਵੀ ਜਿਹੜੇ ਪ੍ਰੋਡਿਊਸਰ ਨੇ ਗਲਤ ਬਣਾਇਆ ਸੀ, ਉਹ ਵਿਕਦਾ ਨਹੀਂ ਸੀ। ਸੋ ਉਹਦੀ ਮਾਰਕੀਟਿੰਗ ਦਾ ਕੰਮ ਵੀ ਇਹਨਾਂ ਦੇ ਬੰਦਿਆਂ ਨੇ ਕੀਤਾ। ਜਿਹੜੇ ਆ ਵਜ਼ੀਰ ਸਾਹਿਬ ਦੇ ਵਿਚਕਾਰ ਜੇ ਬੈਠੇ ਆ, ਇਹ ਹੌਲੀ ਹੌਲੀ ਮੈਂ ਤਾਂ ਚਾਹੁੰਦਾ ਬੋਲਦੇ ਰਹਿਣ, ਮੈਂ ਰੋਜ਼ ਇਹਨਾਂ ਦਾ ਖੁਲਾਸਾ ਕਰੂ। ਆ ਵਿਚਕਾਰ ਬੈਠਿਆ ਜਿਹਨੇ ਇਸ਼ਤਿਹਾਰ ਦਿੱਤਾ, ਦੋਵੇਂ ਵਜ਼ੀਰਾਂ ਦੇ। ਦੇਖੋ ਕੋਈ ਜ਼ਿੰਮੇਵਾਰ ਬੰਦਿਆਂ ਦਾ ਮਿਸਲੀਡ ਕਰਨਾ, ਇਹ ਮੈਂ ਨਹੀਂ ਸਮਝਦਾ ਜ਼ਿੰਮੇਵਾਰੀ ਬਣਦੀ। ਦੇਖੋ ਕੱਲ ਦਾ ਜੋ ਪਾਰਟੀ ਦਾ ਫੈਸਲਾ ਕੱਲ ਕਰ ਦਈਏ, ਉਸ ਤੋਂ ਬਾਅਦ ਜੋ ਪਾਰਟੀ ਡਿਸਾਈਡ ਕਰੂਗੀ। ਸਾਡਾ ਤਾਂ ਮੇਨ ਮਕਸਦ ਸਿਰਫ ਤੇ ਸਿਰਫ ਕਿਸਾਨਾਂ ਨਾਲ ਜਿਹੜੀ ਧੋਖਾਧੜੀ ਹੋ ਰਹੀ ਹੈ ਉਹ ਨਾ ਹੋਵੇ, ਕਿਸਾਨਾਂ ਨੂੰ ਹੋਰ ਫਾਈਨੈਂਸ਼ੀਅਲ ਸਟ੍ਰੈਸ, ਫਾਈਨੈਂਸ਼ੀਅਲ ਡਿਫਿਕਲਟੀਜ਼, ਫਾਈਨੈਂਸ਼ੀਅਲ ਲਾਸ ਨਾ ਹੋਵੇ। ਕਿਸਾਨਾਂ ਨੇ ਜਿਨ੍ਹਾਂ ਨੂੰ ਨਾਲ ਧੋਖੇ ਨਾਲ ਇਹ ਗਲਤ ਬੀ, ਜਿਹੜਾ ਬੀ ਨਹੀਂ, ਉਹ ਜਿਹੜਾ ਵੇਚਿਆ ਗਿਆ, ਉਹਦੀ ਭਰਪਾਈ ਕਿਵੇਂ ਹੋਵੇ। ਸਾਨੂੰ ਤਾਂ ਉਹਨਾਂ ਗੱਲਾਂ ਨਾਲ ਮਤਲਬ ਹੈ
ਹੋਰ ਸਾਨੂੰ ਕਿਸੇ ਗੱਲ ਨਾਲ ਮਤਲਬ ਨਹੀਂ। ਇਹ ਪੁੱਠੇ ਸਿੱਧੇ ਕੰਮ ਜਿਹੜੇ ਇਹਨਾਂ ਨੇ ਆਪਦੇ ਰਲ ਕੇ ਕਰੀ ਜਾਣ, ਉਹਦੇ ਤੇ ਜੋ ਕਾਰਵਾਈ ਬਣਦੀ ਉਹ ਤਾਂ ਹੋ ਹੀ ਜਾਣੀ ਹੈ ਕਦੇ ਨਾ ਕਦੇ। मैं तो बोल चुका हूं जी कि कस्टोडियल इंटेरोगेशन होए, कहाँ कहाँ सीट गया आप अगर पूछोगे फिर ही पता लगेगा। आपने 15-20 दिन दे दिए हैं, उसने भी अपना माल साफ कर दिया सारा गोडाउन से, और जिस जिस दुकानों पे उसने सीट दुकानों पे दिया था वहां से भी माल साफ कर दिया। आप आज जाके किसी दुकान पे अगर जाके पूछोगे करनाल सीट से आपको 128 129 भी आया है, आपको दुकानदार अनजान बन जाएगा। उसने सही बात नहीं बोलनी। इसलिए अगर आप किसानों को बचाना चाहते हो तो आपको कस्टोडियल इंटेरोगेशन करके सच सामने लाना होगा, और फिर उन किसानों तक संपर्क करके उनकी भरपाई करनी पड़ेगी और उनको मुआवजा देना पड़ेगा नए सीड के तौर में। सरकार ने 10 जून तो कहा सीधी खेती वास्ते हाले तक 2 ਤੋਂ 3 ਘੰਟੇ बिजली बड़ी घट मिल रही है। देखो ये गल का रौला तो सब जगह ही पै रहा जी। किसान नूं लेबर भी दुगने भाव ते मिल रही है, मिल भी नहीं रही। किसान नूं डायरैक्ट सीडिंग मशीनां ते भी बड़ा खर्चा करना पै रहा, वो सबसिडी भी नहीं मिल रही, वो मशीनां भी नहीं मिल रही। असीं तां बार-बार ये गल्लां उठा चुके हैं कि ये सारी चीज़ां दे ध्यान करो। नाल ही जिहड़ी बिजली दी सप्लाई है ਉਹਦਾ मिनिमम 8 आवर सप्लाई किन्ने बजे तो किन्ने बजे किहड़े ब्लॉक 'ਚ होनी है, सारी गल्लां क्लीयर करनी चाहिए। इस गल का बड़ा वड्डा किसानां 'ਚ रोस है। ठीक है जी, थैंक यू।